ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਸਿੰਘ ਅਸ਼ਕ ਤੇ ਅੱਜ ਅਸੀਂ ਦਿਨ ਭਰ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਸੀ। ਹਰ ਜਗ੍ਹਾ ਤੇ ਪੋਲਿੰਗ ਸਟੇਸ਼ਨ ਬਣਿਆ ਹੋਇਆ ਸੀ ਤੇ ਲੋਕਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਨੇ। ਹਾਲਾਂਕਿ ਸਵੇਰ ਸਮੇਂ ਜਿਹੜੀ ਕੁਝ ਵੋਟ ਪਰਸੈਂਟ ਘਟ ਰਹੀ ਹੈ, ਫਿਰ ਦੁਪਹਿਰ ਤੱਕ ਥੋੜਾ ਹੋਰ ਵਧਿਆ ਤੇ ਹੁਣ ਸ਼ਾਮ ਤੱਕ ਵੋਟਿੰਗ ਪਰਸੈਂਟ ਚੰਗਾ ਰਿਹਾ ਹੈ। ਦਿਨ ਭਰ ਗੱਲ ਕਰਾਂਗੇ ਮਾਲਵਾ ਖੇਤਰ ਦੀ ਕਿ ਮਾਲਵਾ ਕਿਸ ਤਰੀਕੇ ਨਾਲ ਰਿਹਾ, ਕਿਹੜਾ ਉਮੀਦਵਾਰ ਕਿਸ ਤੇ ਭਾਰੂ ਰਿਹਾ, ਕਿਹੜੀ ਜਗ੍ਹਾ ਝਗੜੇ ਹੋਏ ਜਾਂ ਕਿਹੜੀ ਜਗ੍ਹਾ ਸ਼ਾਂਤੀ ਰਹੀ, ਕਿੱਥੇ ਪਰਚੇ ਦਰਜ ਹੋਏ, ਕਿੱਥੇ ਨੁਕਸਾਨ ਹੋਇਆ। ਦਿਨ ਭਰ ਗੱਲ ਕਰਾਂਗੇ ਪਰ ਕੁਝ ਝਲਕੀਆਂ ਦੇਖ ਲੈਂਦੇ ਆ ਪਹਿਲਾਂ ਦਿਨ ਭਰ ਦੀਆਂ ਮਾਲਵਾ ਜ਼ੋਨ ਦੀਆਂ। ਸੋ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਰੋਨਾ ਦੇ ਨਿਯਮਾਂ ਨੂੰ ਲੈ ਕੇ ਜਿਹੜਾ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਗਏ ਸੀ ਉਹਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਸੀ। ਹਰ ਇੱਕ ਪੋਲਿੰਗ ਬੂਥ ਦੇ ਉੱਤੇ ਸੈਨੀਟਾਈਜ਼ਰ, ਹੈਂਡ ਗਲਵਜ਼, ਮਾਸਕ ਤੇ ਇਸ ਤੋਂ ਇਲਾਵਾ ਟੈਂਪਰੇਚਰ ਚੈੱਕ ਕਰਨ ਲਈ ਜੋ ਮੀਟਰ ਨੇ ਉਹ ਜਿਹੜੇ ਮੌਜੂਦ ਸੀ। ਹਰ ਕਿਸੇ ਨੂੰ ਜਿਹੜੇ ਮਾਸਕ ਮੁਹੱਈਆ ਕਰਵਾਏ ਜਾ ਰਹੇ ਸੀ। ਜਿਹੜਾ ਵੀ ਕੋਈ ਨਹੀਂ ਲੈ ਕੇ ਆਉਂਦਾ ਸੀ ਘਰੋਂ ਤੇ ਜਿਹੜਾ ਹੈ ਹੈਂਡ ਗਲਵਜ਼ ਵੀ ਦਿੱਤੇ ਜਾਂਦੇ ਸੀ। ਹੈਂਡ ਗਲਵਜ਼ ਇਸ ਕਰਕੇ ਦਿੱਤੇ ਜਾਂਦੇ ਸੀ ਕਿਉਂਕਿ ਅੰਦਰ ਜਾ ਕੇ ਜਦੋਂ ਉਹਨੇ ਮਸ਼ੀਨ ਨੂੰ ਦੱਬਣਾ ਹੈ ਤਾਂ ਉਹ ਮਸ਼ੀਨ ਦੇ ਉੱਤੇ ਕਿਸੇ ਹੋਰ ਦਾ ਹੱਥ ਨਾ ਲੱਗਿਆ ਹੋਵੇ, ਜਿਹੜਾ ਕਰੋਨਾ ਅੱਗੇ ਨਾ ਫੈਲੇ। ਬੇਸ਼ੱਕ ਪੋਲਿੰਗ ਸਟੇਸ਼ਨਾਂ ਉੱਤੇ ਇਹਨਾਂ ਨਿਯਮਾਂ ਨੂੰ ਜਿਹੜਾ ਪੂਰੀ ਤੌਰ ਤੇ ਪਾਲਣਾ ਕਰਦਿਆਂ ਹੋਏ ਆ ਜਿਹੜਾ ਹਰ ਇੱਕ ਉਪਕਰਨ ਜਿਹੜਾ ਰੱਖਿਆ ਗਿਆ ਸੀ। ਉਸ ਤੋਂ ਬਾਅਦ ਜਦ ਵੋਟਰ ਜਿਹੜਾ ਵੋਟ ਕਰਨ ਤੋਂ ਬਾਅਦ ਵਾਪਸ ਆਉਂਦਾ ਸੀ ਤਾਂ ਡਸਟਬਿਨ ਜਿਹੜੇ ਵੇਸਟੇਜ ਵਾਸਤੇ ਵੀ ਅਲੱਗ-ਅਲੱਗ ਡਸਟਬਿਨ ਜਿਹੜੇ ਉਹਨਾਂ ਨੂੰ ਦਿੱਤੇ ਗਏ ਸੀ ਤਾਂ ਜੋ ਜਿਹੜਾ ਆਲੇ ਦੁਆਲੇ ਸਫਾਈ ਰਹੇ ਕਿਉਂਕਿ ਕਰੋਨਾ ਮੰਨ ਲੈਂਦੇ ਜੇ ਕਿਸੇ ਨੂੰ ਕੋਈ ਕਰੋਨਾ ਦੀ ਦਿੱਕਤ ਵੀ ਹੁੰਦੀ ਤਾਂ ਇੱਕ ਤੋਂ ਦੂਜੇ ਤੱਕ ਨਾ ਫੈਲਦਾ। ਪੂਰੇ ਪ੍ਰਬੰਧ ਜ਼ਰੂਰ ਪੁਖਤਾ ਕੀਤੇ ਗਏ ਸੀ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਪੋਲਿੰਗ ਬੂਥਾਂ ਤੇ ਤਾਂ ਕਰੋਨਾ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਜਦ ਰੈਲੀਆਂ ਹੋ ਰਹੀਆਂ ਸੀ, ਜਦ ਜਿਹੜੇ ਉਮੀਦਵਾਰ ਨੇ ਉਹ ਇੱਕ ਜਗ੍ਹਾ ਦੂਜੀ ਜਗ੍ਹਾ ਘੁੰਮ ਰਹੇ ਸੀ, ਲੋਕਾਂ ਨੂੰ ਮਿਲ ਰਹੇ ਸੀ, ਲੋਕਾਂ ਨਾਲ ਜੱਫੀਆਂ ਪਾ ਰਹੇ ਸੀ, ਫਿਰ ਕਰੋਨਾ ਦੇ ਨਿਯਮ ਕਿੱਥੇ ਗਏ ਸੀ, ਫਿਰ ਕਰੋਨਾ ਕਿੱਥੇ ਗਿਆ ਸੀ, ਇਹ ਸਵਾਲ ਵੱਡਾ ਸੀ। ਸੋ ਸੋਸ਼ਲ ਡਿਸਟੈਂਸ ਲਈ ਰਾਊਂਡ ਜਿਹੜੇ ਲਾਏ ਗਏ ਸੀ, ਹਰ ਇੱਕ ਬੂਥ ਦੇ ਬਾਹਰ ਰਾਊਂਡ ਲਾ ਕੇ ਸੋਸ਼ਲ ਡਿਸਟੈਂਸ ਵੀ ਮੇਨਟੇਨ ਕੀਤਾ ਗਿਆ ਸੀ। ਹਰ ਇੱਕ ਪਾਲਣਾ ਨਿਯਮਾਂ ਦੀ ਜ਼ਰੂਰ ਕੀਤੀ ਗਈ ਸੀ ਅੱਜ ਪੰਜਾਬ ਦੇ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ। ਇਲੈਕਸ਼ਨ ਜਿਹੜੇ ਉਹ ਖਤਮ ਹੋ ਚੁੱਕੇ ਆ, ਜਾਣੀ ਕਿ ਪੋਲਿੰਗ ਖਤਮ ਹੋ ਚੁੱਕੀ ਹੈ ਪਰ ਪੋਲਿੰਗ ਖਤਮ ਹੋਣ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੇਖ ਸਕਦੇ ਹੋ ਕਿ ਸੋਸ਼ਲ ਡਿਸਟੈਂਸ ਲਈ ਜਿਹੜੇ ਰਾਊਂਡ ਲਾਏ ਗਏ ਸੀਗੇ, ਗੋਲੇ ਲਗਾਏ ਗਏ ਸੀ ਤਾਂ ਕਿ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਜਾਵੇ। ਹਰ ਕੋਈ ਆਪਣੀ ਬਾਰੀ ਦਾ ਇੰਤਜ਼ਾਰ ਕਰਦਾ ਦਿਖਿਆ ਪਰ ਕਈ ਜਗ੍ਹਾ ਤੇ ਪੰਜਾਬ ਦੇ ਜੇ ਗੱਲ ਕਰੀ ਆਮ ਕਰਕੇ ਲਾਈਨਾਂ ਜਿਹੜੀਆਂ ਲੰਬੀਆਂ ਹੋਣ ਕਰਕੇ ਜਲਦੀ ਭੁਗਤਾਨ ਕਰਨ ਦੇ ਕਰਕੇ ਜਿਹੜੀ ਆ ਸੋਸ਼ਲ ਡਿਸਟੈਂਸ ਦੀਆਂ ਕਿਤੇ ਧੱਜੀਆਂ ਉੱਡਦੀਆਂ ਵੀ ਨਜ਼ਰ ਆਈਆਂ ਨੇ। ਪਰ ਪੰਜਾਬ ਦੇ ਵਿੱਚ ਖਾਸ ਕਰਕੇ ਕਰੋਨਾ ਦੇ ਮੱਦੇਨਜ਼ਰ ਗਾਈਡਲਾਈਨ ਦਾ ਧਿਆਨ ਰੱਖਿਆ ਜਾ ਰਿਹਾ ਸੀਗਾ ਕਿਉਂਕਿ ਲਿਮਟਿਡ ਟਾਈਮ ਸੀ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਟਾਈਮ ਸੀ। ਹੁਣ ਜਿਹੜੇ ਸ਼ਾਮ ਦਾ ਜਿਹੜਾ ਸਮਾਂ ਨਿਕਲ ਚੁੱਕਿਆ ਇਲੈਕਸ਼ਨ ਦਾ, ਜਿਹੜੀ VOTING ਜਿਹੜੀ ਉਹ ਹੋ ਚੁੱਕੀ ਹੈ ਤੇ ਹਰ ਇੱਕ ਪੋਲਿੰਗ ਸਟੇਸ਼ਨ ਦੇ ਅੰਦਰ ਮਸ਼ੀਨਾਂ ਜਿਹੜੀਆਂ ਬੰਦ ਹੋ ਰਹੀਆਂ, ਕਈਆਂ ਜਗ੍ਹਾ ਤੋਂ ਮਸ਼ੀਨਾਂ ਬੰਦ ਹੋ ਕੇ ਜਿਹੜੀਆਂ ਰਵਾਨਾ ਹੋ ਚੁੱਕੀਆਂ ਨੇ ਉਸ ਸੁਰੱਖਿਅਤ ਥਾਂ ਤੇ ਜਿੱਥੇ ਕਿ 10 ਮਾਰਚ ਨੂੰ ਜਾ ਕੇ ਉਹਨਾਂ ਦੀ ਗਿਣਤੀ ਹੋਵੇਗੀ। ਸੋ ਹਰ ਪੰਜਾਬ ਦੇ ਹਰ ਇਲਾਕੇ ਦੇ ਵਿੱਚ 6 ਵਜੇ ਤੱਕ ਦਾ ਟਾਈਮ ਸੀ। ਇੱਕ ਗੇਟ ਜਿਹੜਾ ਆ ਜਿੱਥੇ ਪੋਲਿੰਗ ਸਟੇਸ਼ਨ ਜਿਹੜਾ ਗੇਟ ਆ ਉਹ ਗੇਟ ਨੂੰ ਅਹਿਮੀਅਤ ਦਿੱਤੀ ਤਾਂ ਜਾਂਦੀ ਹੈ ਕਿਉਂਕਿ ਉਹ ਗੇਟ ਦੇ ਅੰਦਰ ਜਿਹੜਾ ਵੀ ਵਿਅਕਤੀ ਕੋਈ ਅੰਦਰ ਐਂਟਰ ਹੋ ਜਾਂਦਾ ਹੈ ਤਾਂ ਉਸ ਦੀ ਵੋਟ ਦਾ ਭੁਗਤਾਨ ਜ਼ਰੂਰ ਹੁੰਦਾ ਹੈ, ਚਾਹੇ ਉਹ 6 ਦੇ 7 ਵੱਜਣ, ਚਾਹੇ ਉਸ ਤੋਂ ਵੀ ਉੱਪਰਲਾ ਜਿਹੜਾ ਸਮਾਂ ਜਾਵੇ। ਸੋ ਫਿਲਹਾਲ ਜਿਹੜਾ ਆ ਹੁਣ VOTING ਆ ਉਹ ਸਮਾਪਤ ਹੋ ਚੁੱਕੀ ਹੈ ਪੂਰੇ ਪੰਜਾਬ ਭਰ ਦੇ ਵਿੱਚ। ਇੱਕ ਹੋਰ ਦਿਲਚਸਪ ਗੱਲ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਅੱਜ ਜਿਹੜੇ VOTING ਤਾਂ ਹੋ ਰਹੀ ਆ, ਆਮ ਲੋਕਾਂ ਲਈ VOTING ਵੀ ਹੈ, ਇਸ ਦੇ ਨਾਲ ਜੋ ਕਰੋਨਾ ਦੇ ਪੋਜ਼ਿਟਿਵ ਪੇਸ਼ੈਂਟ ਨੇ ਉਹਨਾਂ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਨੇ। ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਜਿਹੜਾ ਉਹ ਕਰੋਨਾ ਪੇਸ਼ੈਂਟਸ ਦੇ ਲਈ ਰੱਖਿਆ ਗਿਆ ਹੈ ਤੇ PP ਕਿੱਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ। ਜਿਵੇਂ ਕਿ ਮੈਂ ਪਹਿਲਾਂ ਆਮ ਜਿਹੜੇ ਵੋਟਰ ਸੀ ਉਹਨਾਂ ਵਾਸਤੇ ਦੱਸ ਰਿਹਾ ਸੀ ਕਿ ਜਿਹੜੇ ਇੱਥੇ ਮੀਟਰਸ ਰੱਖੇ ਗਏ ਨੇ ਟੈਂਪਰੇਚਰ ਚੈੱਕ ਕਰਨ ਲਈ, ਫੇਸ ਮਾਸਕ ਨੇ, ਜਿਹੜਾ ਫੇਸ ਸ਼ੀਲਡ ਨੇ, ਸੈਨੀਟਾਈਜ਼ਰਸ ਹੈ, ਹੈਂਡ ਗਲਵਜ਼ ਹੈ, ਨੈਪਕਿਨਸ ਨੇ, ਇਸ ਦੇ ਨਾਲ PP ਕਿੱਟ, ਇਹ ਕਿੱਟਾਂ ਰੱਖੀਆਂ ਗਈਆਂ ਨੇ ਸਪੈਸ਼ਲੀ ਕਰੋਨਾ ਦੇ ਪੇਸ਼ੈਂਟਸ ਵਾਸਤੇ। ਜੇਕਰ ਕੋਈ ਪੇਸ਼ੈਂਟ ਹੈ ਜਿਹਨੇ ਕਿ ਆਪਣੀ ਵੋਟ ਦਾ ਭੁਗਤਾਨ ਕਰਨਾ ਉਹਨੂੰ ਰੋਕਿਆ ਨਹੀਂ ਜਾਵੇਗਾ, ਉਹ ਆਪਣਾ ਭੁਗਤਾਨ ਕਰ ਸਕਦਾ ਹੈ। ਸ਼ਾਮ 5 ਵਜੇ ਤੋਂ ਬਾਅਦ ਉਹਦੇ ਲਈ ਸਮਾਂ ਰੱਖਿਆ ਗਿਆ ਹੈ ਤੇ ਉਹਦੇ ਲਈ ਅਲੱਗ ਤੋਂ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਉਹ ਆਪਣੀ ਵੋਟ ਦਾ ਭੁਗਤਾਨ ਕਰ ਸਕੇ। ਸੋ ਇਹ PP ਕਿੱਟਾਂ ਰੱਖੀਆਂ ਗਈਆਂ ਨੇ। ਹਸਪੀਟਲ ਦੀ ਟੀਮ ਵੀ ਜਿਹੜੀ ਇੱਥੇ ਅਵੇਲੇਬਲ ਹੈ, ਬੈਠੇ ਆ, ਉਹਨਾਂ ਨਾਲ ਗੱਲ ਕਰ ਲੈਂਦੇ, ਉਹਨਾਂ ਤੋਂ ਜਾਣ ਲੈਂਦੇ ਆ ਪੂਰੀ ਡਿਟੇਲ ਕੀ ਇੰਤਜ਼ਾਮ ਉਹਨਾਂ ਲਈ ਹੈ। ਨਹੀਂ, ਇੱਥੇ ਸਾਰੇ ਇੰਤਜ਼ਾਮ ਹੈ। ਫਸਟ ਏਡ ਤੋਂ ਲੈ ਕੇ ਜਿਹੜਾ
ਮਤਲਬ ਹੈਂਡ ਸੈਨੀਟਾਈਜ਼ਰ ਹੋ ਗਿਆ, ਗਲਵਜ਼ ਹੋ ਗਏ, ਜਿੱਦਾਂ ਤੁਸੀਂ ਦੱਸਿਆ ਹੀ ਹੈ, ਸਾਰੇ ਤਰ੍ਹਾਂ ਦਾ ਹੈਗਾ। ਪੀਪੀ ਕਿਟਸ ਤੋਂ ਲੈ ਕੇ ਫੇਸ ਸ਼ੀਲਡ ਤੋਂ ਲੈ ਕੇ ਸਭ ਤਰ੍ਹਾਂ ਦੀ ਪ੍ਰੋਵੀਜ਼ਨ ਹੈਗੀ ਹੈ ਇੱਥੇ ਜੀ। ਕਿਵੇਂ ਮੈਨੇਜ ਕਿਵੇਂ ਕਰੋਗੇ ਜਿਹੜੇ ਕਰੋਨਾ ਪੇਸ਼ੈਂਟ ਜੇ ਕੋਈ ਆਉਂਦਾ ਵੀ ਹੈਗਾ ਆ, ਫਿਰ ਉਹਨੂੰ ਕਿੱਟ ਜਿਹੜੀ ਆ ਉਹ ਬਾਹਰੋਂ ਹੀ ਪਵਾ ਕੇ ਅੰਦਰ ਆਉਣਾ ਦਿੱਤਾ ਜਾਊਗਾ ਜਾਂ ਸਾਈਡ ਤੇ ਕਿਤੇ ਕੋਈ ਜਗ੍ਹਾ ਬਣਾਈ ਹੈ, ਮੈਨੇਜ ਕਿਵੇਂ ਕਰੋਗੇ? ਹਾਂਜੀ, ਉੱਥੋਂ ਸਾਈਡਸ ਤੋਂ ਉਹਨਾਂ ਨੂੰ ਕਿੱਟ ਪਵਾ ਕੇ ਉੱਥੇ ਹੀ ਡਿਸਪੋਜ਼ ਆਫ ਹੋਏਗੀ, ਬਾਅਦ ਚੋਂ ਉੱਥੋਂ ਹੀ ਪਾਣਗੇ, ਉੱਥੇ ਹੀ ਡਿਸਪੋਜ਼ ਆਫ ਹੋਏਗੀ, ਬਿਨਾਂ ਕਿਸੇ ਦੇ ਕੰਟੈਕਟ 'ਚ ਆਏ ਤੋਂ ਪਹਿਲਾਂ ਹੀ ਉਹਨਾਂ ਦੇ ਜਿਹੜੀ ਕਿੱਟ ਹੈ ਉਹ ਪਵਾ ਦਿੱਤੀ ਜਾਊਗੀ। ਹਾਂਜੀ, ਪਰ ਇੱਕ ਵੱਡਾ ਖਤਰਾ ਵੀ ਇਹ ਹੈਗਾ ਨਾ, ਕਿਉਂਕਿ ਉਹ ਆਉਣਗੇ ਤਾਂ ਆਪਣੇ ਘਰੋਂ, ਜਿਹੜੇ ਜਿਹਦੇ ਨਾਲ ਆਉਂਦੇ ਨੇ, ਜਿੱਥੇ ਗੇਟ ਨੂੰ ਹੱਥ ਲਾਉਣਗੇ ਜਾਂ ਕਿਵੇਂ ਆ, ਕਿ ਉਹਦੇ ਜਾਣ ਤੋਂ ਬਾਅਦ ਜਿਹੜਾ ਫਿਰ ਸਾਰਾ ਤੁਹਾਨੂੰ ਪ੍ਰੋਪਰ ਸੈਨੀਟਾਈਜ਼ਰ। ਹਾਂਜੀ, ਉਹ ਤਾਂ ਫਿਰ ਕਰਨਾ ਹੀ ਪਏਗਾ, ਪ੍ਰੋਪਰ ਸੈਨੀਟਾਈਜੇਸ਼ਨ ਤਾਂ ਬਾਅਦ ਚੋਂ ਵੀ ਕਰਨੀ ਹੀ ਪਏਗੀ ਜੀ, ਸਾਰੀ ਕੀਤੀ ਜਾਊਗੀ। ਪੂਰੇ ਹਰ ਇੱਕ ਬੂਥ ਤੇ ਜਾਣੀ ਕਿ ਜਿਹੜੀ ਪੀਪੀ ਕਿੱਟ ਜਾਂ ਹਰ ਇੱਕ ਸਮਾਨ ਅਵੇਲੇਬਲ ਹੈ? ਹਾਂਜੀ, ਸਭ ਦੇ ਕਿਤੇ ਅਵੇਲੇਬਲ ਹੈ। ਹਾਂਜੀ, ਸੋ ਜਿਸ ਤਰੀਕੇ ਨਾਲ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਹਰ ਇੱਕ ਸਟੇਸ਼ਨ ਦੇ ਉੱਤੇ ਹਰ ਇੱਕ ਇਹ ਸਮਾਨ ਜਿਹੜਾ ਅਵੇਲੇਬਲ ਹੈਗਾ, ਚਾਹੇ ਉਹ ਪੀਪੀ ਕਿੱਟਾਂ ਹੋਣ, ਚਾਹੇ ਫੇਸ ਸ਼ੀਲਡਸ ਹੋਣ, ਫੇਸ ਮਾਸਕ ਹੋਣ, ਸੈਨੀਟਾਈਜ਼ਰ ਹੋਣ, ਗਲਵਜ਼ ਹੋਣ, ਜਾਂ ਜਿਹੜਾ ਹੋਰ ਜਿਹੜਾ ਸਮਾਨ ਜਿਹੜਾ ਕਿ ਕਰੋਨਾ ਤੋਂ ਬਚਣ ਦੇ ਵਾਸਤੇ ਉਹ ਵਰਤਿਆ ਜਾਂਦਾ ਆ। ਸੋ ਪੂਰਾ ਤਰ੍ਹਾਂ ਧਿਆਨ ਰੱਖਿਆ ਜਾਊਗਾ, ਖਾਸ ਕਰਕੇ ਕਰੋਨਾ ਪੇਸ਼ੈਂਟ ਦੇ ਲਈ, ਕਿਉਂਕਿ ਵੋਟ ਕਰਨਾ ਹਰ ਇੱਕ ਦਾ ਅਧਿਕਾਰ ਹੈ। ਕਰੋਨਾ ਪੇਸ਼ੈਂਟ ਦਾ ਵੀ ਅਧਿਕਾਰ ਹੈ, ਬੇਸ਼ੱਕ ਉਹ ਪੋਜ਼ਿਟਿਵ ਆ, ਪਰ ਉਸ ਦਾ ਅਧਿਕਾਰ ਦਾ ਖਿਆਲ ਰੱਖਦਿਆਂ ਹੋਇਆਂ ਚੋਣ ਕਮਿਸ਼ਨ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ। ਹਸਪੀਟਲ ਦੀ ਟੀਮ ਜਿਹੜੀ ਇੱਕ ਬਿਠਾਈ ਗਈ ਆ ਹਰ ਇੱਕ ਬੂਥ ਦੇ ਉੱਤੇ ਪੂਰੇ ਪੰਜਾਬ ਭਰ ਦੇ ਵਿੱਚ, ਇਸੇ ਤਰੀਕੇ ਨਾਲ ਜਿਹੜੀਆਂ ਇਹ ਕਰੋਨਾ ਪੇਸ਼ੈਂਟ ਦੇ ਲਈ ਧਿਆਨ ਰੱਖਦਿਆਂ ਹੋਇਆਂ ਉਹਨਾਂ ਦੀ ਵੋਟ ਦਾ ਭੁਗਤਾਨ ਕੀਤਾ ਜਾਵੇ। ਮਾਲਵਾ ਖੇਤਰ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ। ਮਾਲਵਾ ਖੇਤਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪੰਜਾਬ ਦੇ ਸੀਐਮ ਚਰਨਜੀਤ ਚੰਨੀ ਤੋਂ ਕਰ ਲੈਂਦੇ ਹਾਂ। ਚਰਨਜੀਤ ਚੰਨੀ ਕਾਂਗਰਸ ਦੇ ਸੀਐਮ ਚਿਹਰੇ ਵੀ ਸੀ। ਦੋ ਜਗ੍ਹਾ ਤੋਂ ਚਰਨਜੀਤ ਚੰਨੀ ਇਲੈਕਸ਼ਨ ਲੜ ਰਹੇ ਸੀ, ਚਮਕੌਰ ਸਾਹਿਬ ਤੋਂ ਤੇ ਭਤੌੜ ਤੋਂ। ਚਰਨਜੀਤ ਚੰਨੀ ਨੇ ਆਪਣੀ ਵੋਟ ਹੈ ਜਿਹੜੀ ਉਹ ਖਰੜ ਦੇ ਸਰਕਾਰੀ ਸਕੂਲ ਦੇ ਵਿੱਚ ਪਾਈ ਹੈ। ਸਵੇਰ ਵੇਲੇ ਜਿਹੜੇ ਉਹਨਾਂ ਦੇ ਭਰਾ ਜਿਹੜੇ ਡਾਕਟਰ ਮਨੋਹਰ ਸਿੰਘ ਹੈ ਉਹ ਆਪਣੀ ਵੋਟ ਪਾ ਕੇ ਗਏ ਸੀ ਆਪਣੇ ਪਰਿਵਾਰ ਨਾਲ। ਫਿਰ ਚਰਨਜੀਤ ਚੰਨੀ ਲਾਸਟ ਵਿੱਚ ਆਏ। ਹਾਲਾਂਕਿ ਟਾਈਮ ਜਿਹੜਾ ਪਹਿਲਾਂ ਸਵੇਰੇ 11 ਵਜੇ ਦਾ ਸੀ, ਫਿਰ ਟਾਈਮ ਬਦਲਦਾ ਗਿਆ। 2 ਵਜੇ ਤੱਕ ਚਰਨਜੀਤ ਚੰਨੀ ਨੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਜਿਹੜੀ ਡੇਰੇ ਦੀ ਵੋਟ ਹੈ, ਡੇਰਾ ਸਿਰਸਾ ਦੀ ਵੋਟ ਹੈ, ਉਹ ਜ਼ਿਆਦਾਤਰ ਜਿਹੜੀ ਹੈ ਉਹ ਬੀਜੇਪੀ, ਅਕਾਲੀ ਦਲ ਤੇ ਆਮ ਨੂੰ ਇਹ ਭੁਗਤੀ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਅਜਿਹੀ ਵੋਟ ਕੋਈ ਨਹੀਂ ਪਈ। ਉਹਨਾਂ ਨੇ ਆਖਿਆ ਕਿ ਸਾਡੀ ਜਿਹੜੀ ਜਿੱਤ ਹੈ ਉਹ ਨਿਸ਼ਚਿਤ ਹੈ, ਪੱਕੀ ਹੈ ਤੇ ਅਸੀਂ ਆਪਣੀ ਜਿੱਤ ਦੀ ਕਾਮਨਾ ਵੀ ਕਰਦੇ ਹਾਂ। ਮੀਡੀਆ ਨੂੰ ਸੰਬੋਧਨ ਕਰਨ ਤੋਂ ਬਾਅਦ ਚਰਨਜੀਤ ਚੰਨੀ ਉੱਥੋਂ ਭੱਜ ਕੇ ਆਪਣੀ ਕਾਰ ਵੱਲ ਗਏ ਤੇ ਰਵਾਨਾ ਹੋ ਗਏ। ਚਰਨਜੀਤ ਚੰਨੀ ਦੀਆਂ 2 ਸੀਟਾਂ ਚਮਕੌਰ ਸਾਹਿਬ ਤੇ ਭਦੌੜ ਦੀ ਗੱਲ ਕਰਦੇ ਹਾਂ ਤਾਂ ਭਦੌੜ ਸਾਹਿਬ ਦੇ ਵਿੱਚ ਜਿਹੜੀ ਚਰਨਜੀਤ ਚੰਨੀ ਦੀ ਪੋਜੀਸ਼ਨ ਕੁਝ ਜ਼ਿਆਦਾ ਸਟਰੋਂਗ ਨਹੀਂ ਹੈ। ਹਾਲਾਂਕਿ ਪਹਿਲਾਂ ਭਦੌੜ ਦੀ ਸੀਟ ਤੋਂ ਗੱਲ ਕੀਤੀ ਜਾ ਰਹੀ ਸੀ ਕਿ ਭਦੌੜ ਦੀ ਸੀਟ ਦੇ ਉੱਤੇ ਚਰਨਜੀਤ ਚੰਨੀ ਦੀ ਜਿਹੜੀ ਆ ਪੋਜੀਸ਼ਨ ਜ਼ਿਆਦਾ ਸਹੀ ਰਹੇਗੀ, ਪਰ ਭਦੌੜ ਦੇ ਉੱਤੇ ਚਰਨਜੀਤ ਚੰਨੀ ਜਿਹੜੇ ਡਾਮਾਡੋਲ ਨਜ਼ਰ ਆ ਰਹੇ ਨੇ, ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਕੈਂਡੀਡੇਟ ਦੇ ਉੱਤੇ ਹਮਲਾ ਵੀ ਹੁੰਦਾ ਹੈ। ਉਹਦਾ ਇਲਜ਼ਾਮ ਕਾਂਗਰਸ ਉੱਤੇ ਲਾਏ ਜਾਂਦੇ ਨੇ। ਕਾਫੀ ਜ਼ਿਆਦਾ ਉਤਰਾਅ ਚੜ੍ਹਾਅ ਰਹਿੰਦਾ ਹੈ। ਚੰਨੀ ਦੀ ਦੂਸਰੀ ਸੀਟ ਚਮਕੌਰ ਸਾਹਿਬ ਹੈ। ਚਮਕੌਰ ਸਾਹਿਬ ਸੀਟ ਤੋਂ ਥੋੜੀ ਮਜ਼ਬੂਤੀ ਚਰਨਜੀਤ ਚੰਨੀ ਨੇ ਪਾਈ ਹੈ। ਹਾਲਾਂਕਿ ਇਸ ਸੀਟ ਦੇ ਉੱਤੇ ਉਹਨਾਂ ਨੇ ਕੰਮ ਘੱਟ ਕੀਤਾ ਕਿਉਂਕਿ ਉਹਨਾਂ ਦੀ ਇਹ ਵਰਕਿੰਗ ਸੀ, ਉਹ ਉਹਨਾਂ ਦੇ ਪੁੱਤਰ ਜਾਂ ਉਹਨਾਂ ਦੀ ਪਤਨੀ ਕਰਦੇ ਰਹੇ ਨੇ, ਪਰ ਫਿਰ ਵੀ ਚਮਕੌਰ ਸਾਹਿਬ ਦੀ ਸੀਟ ਚਰਨਜੀਤ ਚੰਨੀ ਕੋਲ ਨਜ਼ਰ ਜ਼ਰੂਰ ਆ ਰਹੀ ਹੈ। ਮੈਂ ਹੁਣੇ ਵੋਟ ਪਾ ਕੇ ਆਇਆ, ਇਹ ਉਹਦਾ ਸਾਈਨ ਹੈ। ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਗਿਆ ਸੀ। ਜਦੋਂ ਮੈਂ ਗੁਰਦੁਆਰਾ ਸਾਹਿਬ ਗਿਆ ਤਾਂ ਉੱਥੇ ਮੁੱਖ ਬਾਗ ਜਿਹੜਾ ਆਇਆ ਉਹ ਆਇਆ ਕਿ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਸੋ परमात्मा की कृपा दे नाल, क्योंकि संतन के कारज आप खलोया, हर काम करा बनाया राम। मेरा आपकी कृपा से सब काम हो रहा है, करते हो तुम कन्हैया मेरा नाम हो रहा है। परमात्मा की कृपा दे नाल चारे पासे पूरे पंजाब दे विच कांग्रेस प्रति लोग उमड़ के आ रहे हैं। एक तरफा वोट पै रही है, कांग्रेस 2/3 मेजोरिटी दे नाल सरकार बनाउण जा रही है। बहुत धन्यवाद। साइन आ रहे हैं, हर कोई कह रहा है तुसीं जित रहे हो कि पंजाब दे विच कांग्रेस पार्टी 2/3 मेजोरिटी दे नाल सरकार बनाउण जा रही है। बावजूद इसदे कि अकाली दल ते बीजेपी डेरावाद नूं बढ़ावा दे रहे, सच्चे सौदे दीयां वोटां उन्हां नूं पवाईयां जा रहीआं ते भगवंत मान नूं सच्चे सौदे वाले वोट पा रहे। लेकिन फिर भी ऐसी सैकुलर पार्टी है, ऐसी किसी दे
ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਹਰ ਕਿਸੇ ਧਰਮ ਦਾ, ਹਰ ਡੇਰੇ ਦਾ ਅਸੀਂ ਸਤਿਕਾਰ ਕਰਦੇ ਹਾਂ। ਸੋ ਕਾਂਗਰਸ ਪਾਰਟੀ ਵੱਡੇ ਮਾਰਜਨ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਹੈ। ਇੱਕ ਤਰਫਾ ਉੱਤੇ ਲੜਾਈ ਹੋ ਗਈ ਹੈ ਕਾਂਗਰਸ ਦੇ ਹੱਕ ਦੇ ਵਿੱਚ। ਚੰਨੀ ਜੀ ਬਾਬਾ ਕੋ ਵੀ ਆਰ ਗੋਇੰਗ ਟੂ ਵਿਨ ਬਾਈ 2/3 ਮੈਜੋਰਟੀ। ਹੁਣ ਦੂਜੇ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ, ਉਹਨਾਂ ਦੀ ਗੱਲ ਕਰ ਲੈਂਦੇ ਆ। ਭਗਵੰਤ ਮਾਨ ਨੇ ਜਿਹੜੇ ਉਹ ਧੂਰੀ ਤੋਂ ਖੜੇ ਨੇ। ਭਗਵੰਤ ਮਾਨ ਦੀ ਪੋਜੀਸ਼ਨ ਧੂਰੀ ਤੋਂ ਕਾਫੀ ਜ਼ਿਆਦਾ ਸਟਰੋਂਗ ਜਾਪਦੀ, ਹਾਲਾਂਕਿ ਗੋਲਡੀ ਉਹਨਾਂ ਦੇ ਵਿਰੋਧੀ ਸੀ ਤੇ ਗੋਲਡੀ ਦੀ ਪੋਜੀਸ਼ਨ ਪਹਿਲਾਂ ਹੀ ਸਟਰੋਂਗ ਦੱਸੀ ਜਾ ਰਹੀ ਸੀ। ਕਾਂਗਰਸ ਦੇ ਕੈਂਡੀਡੇਟ ਸੀ ਗੋਲਡੀ, ਪਰ ਹੁਣ ਸਮਾਂ ਜਿਸ ਤਰੀਕੇ ਨਾਲ ਬਤੀਤ ਹੋਇਆ ਹੈ, ਪੂਰੇ ਦਿਨ ਦੀ VOTING ਰਹੀ ਹੈ, ਉਸ ਮੁਤਾਬਕ ਜਿਹੜਾ ਭਗਵੰਤ ਮਾਨ ਦੀ ਪੋਜੀਸ਼ਨ ਹੈ ਉਹ ਜ਼ਿਆਦਾ ਸਟਰੋਂਗ ਨਜ਼ਰ ਆ ਰਹੀ ਹੈ। ਪੂਰੇ ਮਾਲਵੇ ਜ਼ੋਨ ਦੀ ਗੱਲ ਕਰ ਲੈਂਦੇ ਹਾਂ। ਪੂਰਾ ਮਾਲਵਾ ਜ਼ੋਨ ਹੈ ਜਿਹੜਾ ਉਹ ਕੁਝ ਚੇਂਜ ਚਾਹੁੰਦਾ, ਬਦਲਾਵ ਚਾਹੁੰਦਾ ਹੈ। ਤੇ ਚੇਂਜ ਨੂੰ ਜਿਹੜਾ ਮੱਦੇ ਨਜ਼ਰ ਵੋਟ ਦਾ ਜਿਹੜਾ ਹੁਣ ਤੀਸਰੀ ਜਾਂ ਚੌਥੀ ਪਾਰਟੀ ਨੂੰ ਬਦਲਾਵ ਦੇ ਵਿੱਚ ਜ਼ਰੂਰ ਲਿਆਇਆ ਜਾ ਸਕਦਾ ਹੈ। ਸੋ ਭਗਵੰਤ ਮਾਨ ਦੀ ਗੱਲ ਚੱਲ ਰਹੀ ਹੈ। ਭਗਵੰਤ ਮਾਨ ਨੇ ਜਿਹੜੀ ਆਪਣੀ ਵੋਟ ਹੈ ਉਹ 3B1 ਮਹਾਲੀ ਵਿਖੇ ਕਾਸਟ ਕੀਤੀ ਹੈ, ਕਿਉਂਕਿ 3B1 ਮਹਾਲੀ ਦੇ ਵਿੱਚ ਉਹਨਾਂ ਦੀ ਰਿਹਾਇਸ਼ ਹੈ, ਉਹਨਾਂ ਦੀ ਵੋਟ ਉੱਥੇ ਸੀ ਤੇ ਫਿਰ ਉਹ ਆਪਣੇ ਹਲਕੇ ਵੱਲ ਮੂਵ ਹੋ ਗਏ ਨੇ। ਤਾਂ ਭਗਵੰਤ ਮਾਨ ਦੀ ਪੋਜੀਸ਼ਨ ਜਿਹੜੀ ਉਹ ਮਜ਼ਬੂਤ ਦੇਖੀ ਜਾ ਰਹੀ ਹੈ। ਮੈਂ ਆਪਣੇ ਵੋਟ ਦਾ ਇਸਤੇਮਾਲ ਕਰ ਲਿਆ। ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ। ਇਸ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰੋ, ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ। ਪ੍ਰਕਾਸ਼ ਸਿੰਘ ਬਾਦਲ ਇੱਕ ਵੱਡਾ ਚਿਹਰਾ ਹੈ ਸ਼੍ਰੋਮਣੀ ਅਕਾਲੀ ਦਲ ਦਾ। ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਤੋਂ ਜਿਹੜੀ ਉਹ ਸੀਟ ਹੈ ਉਹ ਕੁਝ ਡਾਮਾਡੋਲ ਨਜ਼ਰ ਆ ਰਹੀ ਹੈ। ਬਿਲਕੁਲ ਤੁਸੀਂ ਸੁਣ ਕੇ ਜ਼ਰੂਰ ਹੈਰਾਨ ਹੋਵੋਗੇ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਸੀਟ ਹੈ ਜਿਹੜੀ ਉਹ ਡਾਮਾਡੋਲ ਨਜ਼ਰ ਆ ਰਹੀ ਹੈ ਲੰਬੀ ਤੋਂ, ਕਿਉਂਕਿ ਉੱਥੇ ਵੀ ਥੋੜਾ ਆਮ ਆਦਮੀ ਪਾਰਟੀ ਦਾ ਜ਼ੋਰ ਇਸ ਸਮੇਂ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਆਪਣੀ ਸੀਟ ਜਿੱਤਦੇ ਆਏ ਨੇ ਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਨੇ, ਪਰ ਹੁਣ ਉਹਨਾਂ ਦੀ ਸੀਟ ਥੋੜੀ ਖਤਰੇ ਨਜ਼ਰ ਆ ਰਹੀ ਹੈ। ਮਨਪ੍ਰੀਤ ਬਾਦਲ ਦੀ ਵੀ ਗੱਲ ਕਰ ਲੈਂਦੇ ਆ। ਮਨਪ੍ਰੀਤ ਬਾਦਲ ਵੀ ਆਪਣੀ ਸੀਟ ਤੋਂ ਡਾਮਾਡੋਲੀ ਨਜ਼ਰ ਆਏ ਨੇ, ਕਿਉਂਕਿ ਉਹਨਾਂ ਨੇ ਮੀਡੀਆ ਨੂੰ ਆ ਕੇ ਜਦ ਇਹ ਗੱਲ ਕਹਿਤੀ ਬਾਹਰ ਆ ਕੇ ਕਿ ਮੀਡੀਆ ਦਾ ਉਹ ਸਾਥ ਚਾਹੁੰਦੇ ਨੇ, ਉਹਨਾਂ ਨਾਲ ਧੱਕਾ ਹੋ ਰਿਹਾ। ਸੋ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਵੀ ਇਹ ਮੰਨ ਚੁੱਕੇ ਨੇ ਕਿ ਉਹਨਾਂ ਦੀ ਸੀਟ ਵੀ ਖਤਰੇ ਦੇ ਵਿੱਚ ਹੀ ਹੈ। ਸੋ ਮਨਪ੍ਰੀਤ ਤੋਂ ਬਾਅਦ ਰਾਜਾ ਵੜਿੰਗ ਦੀ ਗੱਲ ਕਰਦੇ ਹਾਂ। ਰਾਜਾ ਵੜਿੰਗ ਫਿਰ ਵੀ ਆਪਣੀ ਸੀਟ ਦੇ ਉੱਤੇ ਤਕੜੇ ਨੇ। ਰਾਜਾ ਵੜਿੰਗ ਨੇ ਜਿਹੜੇ ਉਹ ਆਪਣੀ ਸੀਟ ਨੂੰ ਕੱਢ ਸਕਦੇ ਨੇ। ਬਹੁਤ ਸਾਰੇ ਹੋਰ ਵੀ ਜਿਹੜੇ ਵੱਡੇ ਆਗੂ ਨੇ ਜਿਹੜੇ ਆਪੋ ਆਪਣੀ ਸੀਟਾਂ ਲੜ ਰਹੇ ਆ। ਕੈਪਟਨ ਅਮਰਿੰਦਰ ਦੀ ਗੱਲ ਕਰ ਲੈਂਦੇ ਆ। ਪੰਜਾਬ ਲੋਕ ਕਾਂਗਰਸ ਦੇ ਮੁਖੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਕੈਪਟਨ ਅਮਰਿੰਦਰ ਦਾ ਟਫ ਜਿਹੜਾ ਮੁਕਾਬਲਾ ਰਹੇਗਾ ਸੀਟ ਦੇ ਉੱਤੇ ਕੋਹਲੀ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਦੇ ਨੇ ਕੋਹਲੀ ਤੇ ਕੋਹਲੀ ਨਾਲ ਟਫ ਮੁਕਾਬਲਾ ਹੈ ਕੈਪਟਨ ਅਮਰਿੰਦਰ ਸਿੰਘ ਦਾ। ਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਸੀਟ ਜਿਹੜੇ ਉਹ ਕੱਢ ਸਕਦੇ ਨੇ। सर, आम आदमी पार्टी और कांग्रेस क्या एक बड़ी चुनौती के तौर पर इस बार सामने आने वाले हैं आपके लिए, आप मानते हैं? Congress is not afraid, but I think it's a good thing. They live in a different world. They are going to be wiped out in Punjab. Well, देखिए, Gurpagwant Singh Pannu is a Rajasthani out and out, total anti-national, and he is supporting Kejriwal. And अब इसका पता नहीं कितना असर होएगा, बिकॉज अगर तो बात ये फैल गई तो फिर it will be wiped. Why should it be of my prestige? Elections are elections. People have to decide, but I can tell you that Patiala is winning very well. देखते हैं कितनी लीड होगी. I can't give you any figure, but certainly lead होगी पटियाला में, and a very strong lead. Nobody can predict. There are 5-6 parties in the field. क्या होता है क्या नहीं होता वो तो टाइम। Who are you? Republican. सर, आम आदमी पार्टी और कांग्रेस क्या एक बड़ी चुनौती के तौर पर इस बार सामने आने वाले हैं आपके लिए, आप मानते हैं? Congress is not afraid, but I think it's a good thing. They live in a different world. They are going to be wiped out in Punjab. Well, देखिए, Gurpagwant Singh Pannu is a Rajasthani out and out, total anti-national, and he is supporting Kejriwal. And अब इसका पता नहीं कितना असर होएगा, बिकॉज अगर तो बात ये फैल गई तो फिर it will be wiped. Why should it be of my prestige? Elections are elections. People have to decide, but I can tell you that Patiala is winning very well. देखते हैं कितनी लीड होगी. I can't give you any figure, but certainly lead होगी पटियाला में, and a very strong lead. Nobody can predict. There are 5-6 parties in the field. क्या होता है क्या नहीं होता
वो तो टाइम पिछले कम हुआ यू आर रिपब्लिक। सर, आम आदमी पार्टी और कांग्रेस क्या एक बड़ी चुनौती के तौर पर इस बार सामने आने वाले हैं आपके लिए, आप मानते हैं? Congress is not afraid, but I think it's a good thing. They live in a different world. They are going to be wiped out in Punjab. कैप्टन सर, Well, देखिए, गुरभगवंत सिंह पन्नू is a Rajasthani out and out, total anti-national, and he is supporting Kejriwal. And अब इसका पता नहीं कितना असर होएगा, बिकॉज अगर तो बात ये फैल गई तो फिर it will be wiped out. Why should it be of my prestige? Elections are elections. People have to decide, but I can tell you that Patiala is winning very well. देखते हैं कितनी लीड होगी. I can't give you any figure, but certainly लीड होगी पटियाला में, and a very strong lead. Nobody can predict. There are 5-6 parties in the field. क्या होता है क्या नहीं होता वो तो टाइम पिछले कम हुआ यू आर रिपब्लिक। सर, आम आदमी पार्टी और कांग्रेस क्या एक बड़ी चुनौती के तौर पर इस बार सामने आने वाले हैं आपके लिए, आप मानते हैं? Congress is not afraid, but I think it's a good thing. They live in a different world. They are going to be wiped out in Punjab. कैप्टन सर, Well, देखिए, गुरभगवंत सिंह पन्नू is a Rajasthani out and out, total anti-national, and he is supporting Kejriwal. And अब इसका पता नहीं कितना असर होएगा, बिकॉज अगर तो बात ये फैल गई तो फिर it will be wiped out. Why should it be of my prestige? Elections are elections. People have to decide, but I can tell you that Patiala is winning very well. देखते हैं कितनी लीड होगी. I can't give you any figure, but certainly लीड होगी पटियाला में, and a very strong lead. Nobody can predict. There are 5-6 parties in the field. क्या होता है क्या नहीं होता वो तो टाइम ਸੋ ਲਗਾਤਾਰ ਜਿਹੜੀਆਂ ਸੀਟਾਂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ. ਹਾਂ, ਇਸ ਵਾਰ ਇੱਕ ਅਜੀਬ ਜਿਹੜੀ ਤੇ ਇੱਕ ਵੱਡੀ ਗੱਲ ਹੋਈ ਆ. ਸਿਮਰਨਜੀਤ ਸਿੰਘ ਮਾਨ ਦੀ ਅਸੀਂ ਗੱਲ ਕਰ ਲੈਂਦੇ ਆ ਤਾਂ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਆਪਣੀ ਸੀਟ ਨੂੰ ਕੱਢ ਸਕਦੇ ਨੇ, ਕਿਉਂਕਿ ਲਗਾਤਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਆ ਵੋਟਰ ਦੀ ਚੁਆਇਸ ਨਹੀਂ ਰਹਿੰਦੇ. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਉਹ ਮੁਖੀ ਨੇ ਤੇ ਲੰਬੇ ਸਮੇਂ ਤੋਂ ਇਲੈਕਸ਼ਨਾਂ 'ਚ ਆਪਣੀ ਕਿਸਮਤ ਅਜਮਾਉਂਦੇ ਰਹਿੰਦੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਆ ਉਹਦਾ ਕੋਈ ਵੀ ਕੈਂਡੀਡੇਟ ਜਿਹੜਾ ਨਹੀਂ ਜਿੱਤ ਪਾਉਂਦਾ. ਸੋ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਕਿਤੇ ਨਾ ਕਿਤੇ ਜਿਹੜਾ ਇਸ ਵਾਰ ਆਪਣੀ ਸੀਟ ਕੱਢ ਸਕਦੇ ਨੇ, ਕਿਉਂਕਿ ਅਮਰਗੜ੍ਹ ਦੇ ਵਿੱਚ ਬਾਕੀ ਪਾਰਟੀਆਂ ਦੇ ਬੂਥ ਹੀ ਨਹੀਂ ਲੱਗਣ ਦਿੱਤੇ ਗਏ. ਸੋ ਇੱਕ ਵੱਡੀ ਗੱਲ ਸੀ. ਖਾਸ ਕਰਕੇ ਇੱਕ ਹੋਰ ਫੈਕਟਰ ਸੀ ਦੀਪ ਸਿੱਧੂ ਦਾ ਜਿਹੜਾ ਫੈਕਟਰ ਹੈ ਉਹ ਸਿਮਰਨਜੀਤ ਸਿੰਘ ਮਾਨ ਉੱਤੇ ਕਾਫੀ ਵੱਡਾ ਅਸਰ ਕਰ ਸਕਦਾ ਹੈ. ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਉਹ ਸੀਟ ਪ੍ਰਾਪਤ ਹੋ ਸਕਦੀ ਹੈ ਦੀਪ ਸਿੱਧੂ ਦੇ ਜਿਹੜਾ ਡੈਥ ਤੋਂ ਬਾਅਦ ਜੋ ਸਿੰਪਥੀ ਵੋਟ ਮਿਲੇਗੀ. ਸੋ ਸਿੰਪਥੀ ਵੋਟ ਦੇ ਵਿੱਚ ਜਿਹੜਾ ਦੀਪ ਸਿੱਧੂ ਹੈ ਉਹ ਕਿਤੇ ਨਾ ਕਿਤੇ ਕਾਮਯਾਬ ਜਿਹੜੇ ਉਹ ਆਪਣਾ ਦੀਪ ਸਿੱਧੂ ਦੇ ਨਾਲ ਜਿਹੜੇ ਮਾਨ ਨੇ ਉਹ ਕਾਮਯਾਬ ਹੋ ਸਕਦੇ ਨੇ. ਸੋ ਮਾਨ ਦੇ ਪੁੱਤਰ ਵੀ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਖੜੇ ਨੇ, ਪਰ ਉਹ ਜਿਹੜੇ ਸੀਟ ਨਹੀਂ ਕੱਢ ਸਕਦੇ. ਕੇਵਲ ਤੇ ਕੇਵਲ ਉਹ ਇਹ ਸੀਟ ਨੂੰ ਹਾਰਨ ਦੇ ਲਈ ਉਹ ਖੜੇ ਸੀ, ਮੈਂ ਕਹਿ ਸਕਦਾ, ਕਿਉਂਕਿ ਉਹਨਾਂ ਦਾ ਇੰਨਾ ਵੋਟ ਪਰਸੈਂਟੇਜ ਇੱਥੇ ਨਹੀਂ ਹੈਗੀ ਹੈ. ਸੋ ਫਤਿਹਗੜ੍ਹ ਸੀਟ ਦੀ ਗੱਲ ਕਰ ਲੈਂਦੇ ਆ. ਨਾਗਰਾ ਉੱਥੇ ਖੜੇ ਨੇ, ਨਾਗਰਾ ਦੀ ਗੱਲ ਕਰਦੇ ਆ. ਕੁਲਜੀਤ ਨਾਗਰਾ ਕੈਬਨਿਟ ਮਿਨਿਸਟਰ ਨੇ. ਕੁਲਜੀਤ ਨਾਗਰਾ ਵੀ ਇਸ ਵਾਰ ਡਾਮਾਡੋਲ ਜਾਪ ਰਹੇ ਨੇ ਫਤਿਹਗੜ੍ਹ ਸਾਹਿਬ ਦੀ ਸੀਟ ਦੇ ਉੱਤੋਂ, ਕਿਉਂਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਹੁਣ ਟਫ ਮੁਕਾਬਲਾ ਰਿਹਾ ਸੀ ਉਹ ਕਾਂਗਰਸ ਨੂੰ ਇਗਨੋਰ ਕਰਕੇ ਮੁਕਾਬਲਾ ਆ ਗਿਆ ਸੀਗਾ ਪੱਟੀ ਦੇ ਵਿੱਚ. ਦੀਦਾਰ ਸਿੰਘ ਪੱਟੀ ਜੋ ਕਿ ਬੀਜੇਪੀ ਦੇ ਕੈਂਡੀਡੇਟ ਨੇ, ਪਹਿਲਾਂ ਅਕਾਲੀ ਦਲ ਦੇ ਸੀ, ਤੇ ਆਮ ਆਦਮੀ ਪਾਰਟੀ ਦੇ ਵਿੱਚ. ਸੋ ਆਮ ਆਦਮੀ ਪਾਰਟੀ ਤੇ ਪੱਟੀ ਦੇ ਵਿੱਚ ਦਾ ਮੁਕਾਬਲਾ ਸੀ. ਲਖਵੀਰ ਰਾਏ ਆਮ ਆਦਮੀ ਪਾਰਟੀ ਦੇ ਨੇ. ਹਾਲਾਂਕਿ ਇਸ ਸਥਾਨ ਦੇ ਉੱਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਦੋਨੋਂ ਪਾਰਟੀਆਂ ਦੇ ਕਾਰਕੁਨ ਆਪਸ ਵਿੱਚ ਭਿੜ ਵੀ ਗਏ ਨੇ. ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋਇਆ ਹੈ ਇਲਾਕਾ, ਪਰ ਇੱਥੇ ਜਿਹੜਾ ਆ ਉਹ ਕਾਫੀ ਟਫ ਮੁਕਾਬਲਾ ਆ ਪੱਟੀ ਦਾ ਤੇ ਆਮ ਆਦਮੀ ਪਾਰਟੀ ਦਾ, ਕਿਉਂਕਿ ਜੇ ਡੇਰੇ ਦੀ ਗੱਲ ਕਰੇ ਡੇਰੇ ਵੋਟ ਦੀ, ਤਾਂ ਇਹ ਜਿਹੜੀ ਰਿਪੋਰਟ ਸਾਹਮਣੇ ਆਈ ਸੀ ਕਿ ਡੇਰੇ ਦੀ ਜਿਹੜੀ ਰਿਪੋਰਟ ਹੈ ਉਹ ਜਿਹੜੀ ਵੋਟ ਹੈ ਜਿਹੜੀ ਉਹ ਪੱਟੀ ਨੂੰ ਹੀ ਭੁਗਤੇਗੀ. ਸੋ ਪੱਟੀ ਨੇ ਦੀਦਾਰ ਸਿੰਘ ਪੱਟੀ ਨੇ ਜਿਹੜੇ ਉਹ ਕਾਫੀ ਜ਼ਿਆਦਾ ਮੁਕਾਬਲੇ 'ਚ ਨੇ, ਪਰ ਇੱਥੇ ਵੀ ਜਿਹੜਾ ਲੜਾਈ ਦਾ ਮਾਹੌਲ ਸਾਹਮਣੇ ਆਇਆ ਸੀ. ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਅਮਲੋਹ ਹਲਕੇ ਦੀ ਅਮਲੋਹ ਸੀਟ ਦੀ, ਕਿਉਂਕਿ ਇੱਥੇ ਵੀ ਕੈਬਨਿਟ ਮਿਨਿਸਟਰ ਨੇ ਕਾਕਾ ਰਣਦੀਪ ਕਿਤੇ ਨਾ ਕਿਤੇ ਮਾਈਨਸ 'ਚ ਜਾਂਦੇ ਨਜ਼ਰ ਆ ਰਹੇ ਨੇ, ਕਿਉਂਕਿ ਇਸ ਸੀਟ ਦੇ ਉੱਤੇ ਮੁਕਾਬਲਾ ਜਿਹੜਾ ਉਹ ਇੱਕ ਵਾਰ ਫੇਰ ਆ ਜਿਹੜਾ ਉਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਜਾਪ ਰਿਹਾ ਸੀ. ਹਾਲਾਂਕਿ ਬੀਜੇਪੀ ਵੀ ਕਾਫੀ ਜ਼ਿਆਦਾ ਸਟਰੋਂਗ ਹੈ, ਕਿਉਂਕਿ ਇਸ ਸੀਟ ਤੋਂ ਬੀਜੇਪੀ ਦੇ ਕੈਂਡੀਡੇਟ ਨੇ ਉਹ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਦੋਤੇ ਨੇ, ਕੰਵਰਵੀਰ ਸਿੰਘ ਟੋੜਾ. ਸੋ ਕੰਵਰਵੀਰ ਸਿੰਘ ਟੋੜਾ ਦੀ ਪੋਜੀਸ਼ਨ ਸਟਰੋਂਗ ਹੋਈ ਸੀ, ਬੜੇ ਮਿਨਿਸਟਰ ਆਏ ਸੀ, ਪਰ ਇਸ ਸਮੇਂ ਜੇ ਗੱਲ ਕਰੀਏ ਤਾਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਨੇ, ਉਹਨਾਂ ਦੀ ਪੋਜੀਸ਼ਨ ਇੱਥੇ ਅਮਲੋਹ ਦੇ ਵਿੱਚ ਕਾਫੀ ਜ਼ਿਆਦਾ ਸਟਰੋਂਗ ਦੇਖੀ ਜਾ ਰਹੀ ਹੈ. ਬਸੀ ਦੀ ਗੱਲ ਕਰ ਲੈਂਦੇ ਆ.
ਹਲਕਾ ਬਸੀ ਦੇ ਵਿੱਚ ਜੇ ਗੱਲ ਕਰੀਏ ਤਾਂ ਹਲਕਾ ਬਸੀ ਦੇ ਵਿੱਚ ਜਿਹੜੀ ਫੇਅਰ ਸੀਟ ਹੈ ਉਹ ਆਮ ਆਦਮੀ ਪਾਰਟੀ ਦੇ ਪੱਲੇ ਜਾਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਹਲਕਾ ਬਸੀ ਦੇ ਵਿੱਚ ਜੇ ਗੱਲ ਕਰਦੇ ਹਾਂ ਤਾਂ ਖੁਦ ਚਰਨਜੀਤ ਚੰਨੀ ਦੇ ਭਰਾ ਨੇ ਜਿਹੜੇ ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਥੇ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਜੀਪੀ ਜੋ ਕਾਂਗਰਸ ਦੇ ਐਮਐਲਏ ਨੇ ਉਹ ਵੀ ਉੱਥੇ ਆਪਣੀ ਕਿਸਮਤ ਅਜਮਾ ਰਹੇ ਨੇ। ਪਰ ਉਹ ਸੀਟ ਫੇਰ ਵੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਜਾਂਦੀ ਨਜ਼ਰ ਆ ਰਹੀ ਹੈ। ਯੰਗਸਟਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਕਿਉਂਕਿ ਜਿਹੜਾ ਜੀਪੀ ਦੀ ਵੋਟ ਸ਼ੇਅਰ ਸੀ ਉਹ ਖਰਾਬ ਕੀਤੀ ਹੈ ਚਰਨਜੀਤ ਚੰਨੀ ਦੇ ਭਰਾ ਨੇ। ਸੋ ਹੁਣ ਗੱਲ ਕਰ ਲੈਂਦੇ ਖੰਨਾ ਸੀਟ ਦੀ। ਖੰਨਾ ਵੀ ਇੰਪੋਰਟੈਂਟ ਸੀਟ ਹੈ। ਖੰਨੇ ਸੀਟ ਦੇ ਵਿੱਚ ਜਿਹੜਾ ਚਰਨਜੀਤ ਚੰਨੀ ਜੇ ਖੰਨੇ ਸੀਟ ਦੀ ਗੱਲ ਕਰਦੇ ਆ ਚਰਨਜੀਤ ਚੰਨੀ ਦਾ ਉੱਥੇ ਖਾਸ ਅਸਰ ਨਹੀਂ ਰਿਹਾ ਸੀ ਕਿਉਂਕਿ ਚਰਨਜੀਤ ਚੰਨੀ ਨੇ ਉੱਥੇ ਪ੍ਰਚਾਰ ਵੀ ਦੱਬ ਕੇ ਕੀਤਾ ਸੀ ਕਿਉਂਕਿ ਉੱਥੇ ਕੈਬਨਿਟ ਮਿਨਿਸਟਰ ਗੁਰਕੀਰਤ ਕੋਟਲੀ ਨੇ। ਸੋ ਗੁਰਕੀਰਤ ਕੋਟਲੀ ਹੋਣਾ ਦੀ ਅਸੀਂ ਜੇ ਗੱਲ ਕਰੀਏ ਤਾਂ ਗੁਰਕੀਰਤ ਕੋਟਲੀ ਜਿਹੜੇ ਨੇ ਉਹ ਵੀ ਆਪਣੀ ਸੀਟ ਕੱਢਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਉੱਥੇ ਯਾਦਵਿੰਦਰ ਜਾਦੂ ਦੇ ਜਿਹੜੇ ਵਾਈਫ ਨੇ ਉਹ ਉੱਥੇ ਖੜੇ ਨੇ। ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਲੋਂ। ਉਹਨਾਂ ਨਾਲ ਕਾਫੀ ਜ਼ਿਆਦਾ ਟਫ ਮੁਕਾਬਲਾ ਸੀ। ਹਾਲਾਂਕਿ ਜਿਹੜੇ ਡੇਰੇ ਦੀ ਜਿਹੜੀ ਬੋਰਡ ਦਾ ਸਮਰਥਨ ਹੈ ਉਹ ਗੁਰਕੀਰਤ ਕੋਟਲੀ ਨੂੰ ਮਿਲਿਆ। ਗੁਰਕੀਰਤ ਕੋਟਲੀ ਇਸ ਦਾ ਇੱਕ ਪਲੱਸ ਪੁਆਇੰਟ ਜਿਹੜਾ ਉਹ ਸਾਂਭ ਸਕਦੇ ਨੇ ਪਰ ਕਿਤੇ ਨਾ ਕਿਤੇ ਗੁਰਕੀਰਤ ਕੋਟਲੀ ਦੀ ਵੀ ਸੀਟ ਡਾਮਾਡੋਲ ਨਜ਼ਰ ਆ ਰਹੀ ਹੈ। ਸੋ ਵੱਖ-ਵੱਖ ਸੀਟਾਂ ਦੀ ਗੱਲ ਕਰ ਰਹੇ ਹਾਂ ਅਸੀਂ ਹਰ ਇੱਕ ਜਗ੍ਹਾ ਤੋਂ। ਤੇ ਜੇ ਗੱਲ ਕਰਦੇ ਆ ਬ੍ਰਹਮ ਇੰਦਰਾ ਦੇ ਪੁੱਤਰ ਦੀ, ਬ੍ਰਹਮ ਇੰਦਰਾ ਦੇ ਪੁੱਤਰ ਇਸ ਸਮੇਂ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ। ਬ੍ਰਹਮ ਇੰਦਰਾ ਖੁਦ ਜਿਹੜੇ ਮੈਦਾਨ ਦੇ ਵਿੱਚ ਨਹੀਂ ਸੀ, ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੀ ਜਿਹੜੀ ਸੀਟ ਦਿੱਤੀ ਸੀ। ਉਹਨਾਂ ਦੇ ਪੁੱਤਰ ਦੇ ਕਈ ਜਗ੍ਹਾ ਬੂਥ ਤੱਕ ਵੀ ਲੱਗਣ ਨਹੀਂ ਦਿੱਤੇ ਗਏ ਨੇ। ਸੋ ਬ੍ਰਹਮ ਇੰਦਰਾ ਦੇ ਜਿਹੜੇ ਪੁੱਤਰ ਨੇ ਉਹਨਾਂ ਦੀ ਸੀਟ ਵੀ ਜਿਹੜੀ ਉਹ ਡਾਮਾਡੋਲ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਨਾਭੇ ਦੀ ਗੱਲ ਕਰ ਲੈਂਦੇ ਹਾਂ। ਨਾਭੇ ਦੇ ਜਿਹੜੇ ਨੇ ਕੈਂਡੀਡੇਟ ਮਜ਼ਬੂਤ ਕੈਂਡੀਡੇਟ ਸੀ ਉਹ ਧਰਮਸੋਤ ਨੇ। ਧਰਮਸੋਤ ਕਾਂਗਰਸ ਦੇ ਨੇ। ਹਾਲਾਂਕਿ ਧਰਮਸੋਤ ਨੇ ਜਿਹੜੇ ਮਿਨਿਸਟਰ ਵੀ ਨੇ। ਧਰਮਸੋਤ ਦੀ ਪੋਜੀਸ਼ਨ ਇੱਕ ਵਾਰੀ ਫਿਰ ਡਾਮਾਡੋਲ ਸੀ ਪਰ ਹੁਣ ਧਰਮਸੋਤ ਦੀ ਪੋਜੀਸ਼ਨ ਜਿਹੜੀ ਉਹ ਸਟਰੋਂਗ ਜ਼ਰੂਰ ਲੱਗ ਰਹੀ ਹੈ। ਇਸ ਮਲੇਰਕੋਟਲਾ ਦੇ ਵਿੱਚ ਰਜੀਆ ਸੁਲਤਾਨਾ ਨੇ ਉਹ ਸਟਰੋਂਗ ਨੇ। ਵੱਖ-ਵੱਖ ਇਲਾਕਿਆਂ ਦੀ ਅਸੀਂ ਗੱਲ ਕਰ ਰਹੇ ਹਾਂ। ਇਲਾਕਿਆਂ ਦੀ ਗੱਲ ਕਰਨ ਦੇ ਨਾਲ ਨਾਲ ਤੁਹਾਨੂੰ ਜਿਹੜੀ ਉਹ ਫੁਟੇਜ ਵੀ ਦਿਖਾ ਰਹੇ ਹਾਂ। ਤੁਹਾਡੇ ਨਾਲ ਜਿਹੜੀਆਂ ਸਾਡੇ ਕੋਲ ਕੁਝ ਬਾਈਟਸ ਆਈਆਂ ਨੇ ਉਹ ਵੀ ਸੁਣਾ ਰਹੇ ਹਾਂ। ਤੇ ਜੇ ਹੁਣ ਤਾਂ ਝਗੜਿਆਂ ਦੀ ਗੱਲ ਕਰ ਲਈਏ, ਆਲਮੋਸਟ ਜੇ ਝਗੜਿਆਂ ਦੀ ਗੱਲ ਕਰ ਲਈਏ ਤਾਂ ਜ਼ਿਆਦਾਤਰ ਜੇ ਗੱਲ ਕਰਾਂਗੇ ਤਾਂ ਗਿੱਦੜਬਾਹੇ ਦੇ ਵਿੱਚ ਜਿਹੜਾ ਝਗੜਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਭਦੌੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਹਮਲਾ ਹੋਇਆ ਉਸ ਦੀ ਗੱਲ ਜਿਹੜੀ ਸਾਹਮਣੇ ਆਈ ਹੈ। ਭਦੌੜ ਦੇ ਕੈਂਡੀਡੇਟ ਦੇ ਉੱਤੇ ਜਿਹੜਾ ਹਮਲਾ ਹੋਇਆ, ਕਾਰ ਦੇ ਉੱਤੇ ਕੁਝ ਲੋਕ ਉਹਦੇ ਚੜ੍ਹ ਗਏ ਸੀ, ਉਹਦੀ ਜਿਹੜੀ ਫੁਟੇਜ ਸਾਹਮਣੇ ਆਉਂਦੀ ਆ। ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਗੰਭੀਰ ਝਗੜਾ ਹੋਇਆ ਸੀ ਉਹ ਸੀਗਾ ਦੀਦਾਰ ਸਿੰਘ ਪੱਟੀ ਤੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਂ ਦੇ ਵਿੱਚ ਤੇ ਉੱਥੇ ਵੀ ਪੁਲਿਸ ਛਾਉਣੀ ਦੇ ਵਿੱਚ ਇਲਾਕੇ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਹਾਲਾਂਕਿ ਹਜੇ ਦਿਨ ਭਰ ਦੇ ਹੋਰ ਕਿੱਥੇ ਕੀ ਝਗੜੇ ਹੋਇਆ ਦੀਆਂ ਰਿਪੋਰਟਾਂ ਜਿਹੜੀਆਂ ਲਗਾਤਾਰ ਸਾਹਮਣੇ ਆਉਂਦੀਆਂ ਰਹਿਣਗੀਆਂ। ਇਹਨੂੰ ਇੱਕ ਦਿਨ ਲੱਗ ਜਾਂਦਾ, ਕਿੰਨੀ ਕੁ ਪਰਸੈਂਟੇਜ ਰਹੀ ਆ ਉਹਨੂੰ ਵੀ ਇੱਕ ਦਿਨ ਲੱਗ ਜਾਂਦਾ ਕਿਉਂਕਿ ਕੋਈ ਇੱਕ ਸਮਾਂ ਨਹੀਂ ਹੁੰਦਾ। ਪਰ ਵੱਡੀ ਗੱਲ ਇਹ ਹੈਗੀ ਆ ਕਿ ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਆਪਣੀ ਸੀਟ ਤੋਂ ਡਾਵਾਡੋਲ ਨਜ਼ਰ ਆ ਰਹੇ ਨੇ। ਜਿਹੜੇ ਨੇ ਮਨਪ੍ਰੀਤ ਬਾਦਲ ਵੀ ਆਪਣੀ ਸੀਟ ਤੋਂ ਡਾਵਾਡੋਲ ਨਜ਼ਰ ਆ ਰਹੇ ਨੇ। ਚਰਨਜੀਤ ਚੰਨੀ ਇੱਕ ਸੀਟ ਤੋਂ ਬਿਲਕੁਲ ਹੀ ਡਾਵਾਡੋਲ ਨੇ, ਇੱਕ ਸੀਟ ਤੇ ਮਜ਼ਬੂਤੀ ਦੇ ਵਿੱਚ ਨਜ਼ਰ ਆ ਰਹੇ ਨੇ। ਭਗਵੰਤ ਮਾਨ ਆਪਣੀ ਸੀਟ ਤੋਂ ਮਜ਼ਬੂਤੀ ਨਜ਼ਰ ਵਿੱਚ ਆ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰ ਲੈਂਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀ ਜਿਹੜੇ ਟਫ ਫਾਈਟ ਤੇ ਰਹਿਣਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਜਿਹੜੀ ਸੀਟ ਕੱਢ ਸਕਦੇ ਨੇ। ਜਾਣੀ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਤੇ ਹਾਲਾਤਾਂ ਦੀ ਗੱਲ ਕਰ ਲੈਂਦੇ ਤਾਂ ਬਹੁਤ ਸਾਰੇ ਉਹਨਾਂ ਦੇ ਮਿਨਿਸਟਰ ਜਿਹੜੇ ਨੇ ਉਹਨਾਂ ਦੀ ਸੀਟਾਂ ਖਤਰੇ ਦੇ ਵਿੱਚ ਨੇ। ਵੈਸੇ ਇਸ ਵਾਰੀ ਜੇ ਮਾਲਵੇ ਖੇਤਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦਿੱਗਜ ਨੇ ਜਿਹੜੇ ਉਹ ਦਿੱਗਜਾਂ ਦੀ ਸੀਟਾਂ ਵੀ ਖਤਰੇ 'ਚ ਨੇ। ਸੁਖਬੀਰ ਬਾਦਲ ਜਲਾਲਾਬਾਦ ਤੋਂ ਨੇ, ਹਾਲਾਂਕਿ ਉੱਥੇ ਵੀ ਜਿਹੜੀ ਉਹਨਾਂ ਨੂੰ ਟੱਕਰ ਮਿਲ ਰਹੀ ਹੈ ਪਰ ਸੁਖਬੀਰ ਬਾਦਲ ਜਿਹੜੀ ਆਪਣੀ ਸੀਟ ਕੱਢ ਸਕਦੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਜੇ ਮਾਝੇ ਦੀ ਗੱਲ ਕਰਦੇ ਤਾਂ ਉੱਥੇ ਜਿਹੜੇ ਵਿਕਰਮ ਮਜੀਠੀਆ ਨੇ ਉਹਨਾਂ ਨੇ ਗੱਲ ਇਹ ਕਿਤੇ ਨਾ ਕਿਤੇ ਜਿਹੜੀ ਆ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਦੱਸ ਦਿੱਤੀ ਹੈ ਕਿ ਉਹ ਜਿਹੜੀ ਆ ਭਾਜਪਾ ਨਾਲ ਮਿਲ ਕੇ ਹੀ ਸਰਕਾਰ ਜਿਹੜੀ ਉਹ ਬਣਾਉਣਗੇ ਜੇ ਲੋੜ ਪੈਂਦੀ ਹੈ। ਪਰ ਜਿਸ ਤਰੀਕੇ ਨਾਲ ਹੁਣ ਵੋਟਿੰਗ ਹੁੰਦੀ ਹੈ ਤੇ ਜਿਸ ਤਰੀਕੇ ਨਾਲ ਜਿਹੜੀਆਂ ਵੋਟਰ ਭੁਗਤਾਨ ਹੋ ਰਿਹਾ, ਕੁਝ ਲੋਕ ਬਾਹਰ ਆ ਰਹੇ ਸੀ ਆਫ ਰਿਕਾਰਡ, ਉਹਨਾਂ ਅਸੀਂ ਗੱਲ ਕੀਤੀ ਕਿ ਕੈਮਰੇ ਤੇ ਅਸੀਂ ਨਹੀਂ ਪੁੱਛ ਸਕਦੇ ਸੀ ਕਿ ਕਿਹਨੂੰ ਕਿਸਨੇ ਵੋਟ ਪਾਈ ਹੈ ਤਾਂ ਉਸ ਦੇ ਵਿੱਚ ਕਲੀਅਰ ਪਤਾ ਲੱਗ ਰਿਹਾ ਸੀ ਕਿ ਜਿਹੜੀ ਵੋਟ ਹੈ ਉਹ ਜ਼ਿਆਦਾਤਰ ਲੋਕ ਬਦਲਾਅ ਦੇ ਲਈ ਜਿਹੜੇ ਮਾਲਵੇ ਦੇ ਵਿੱਚ ਵੋਟ ਕਰ ਰਹੇ ਨੇ। ਖਾਸ ਕਰਕੇ ਪਿੰਡੂ ਖੇਤਰ ਮਾਲਵੇ ਦੇ ਵਿੱਚ ਜਿਹੜੇ ਨੇ ਉਹ ਬਦਲਾਅ ਦੇ ਲਈ ਵੋਟ ਕਰ ਰਹੇ ਸੀ। ਸੋ ਇੱਕ ਨਵੀਂ ਧਿਰ ਨੂੰ ਸ਼ਾਇਦ ਉਹ ਮੌਕਾ ਦੇ ਸਕਦੇ। ਇਸ ਸਮੇਂ ਅਸੀਂ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਖੜੇ ਹਾਂ ਤੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਬਿਲਕੁਲ ਪਿੱਛੇ ਡੈਸਕ ਖਾਲੀ ਹੋ ਚੁੱਕੇ ਨੇ, ਜ਼ਿੰਮੇਵਾਰੀਆਂ ਨਿਪਟ ਚੁੱਕੀਆਂ ਨੇ ਕਿਉਂਕਿ ਸਮਾਂ ਸਮਾਪਤ ਹੋ ਚੁੱਕਿਆ। ਬਿਲਕੁਲ ਜਿਹੜਾ ਪੋਲਿੰਗ ਦਾ ਜਿਹੜਾ ਸਮਾਂ ਸੀਗਾ, ਵੋਟਾਂ ਦਾ ਸਮਾਂ ਸੀ, ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੀਗਾ। 5 ਤੋਂ 6 ਜਿਹੜੇ ਕੁਝ ਕਰੋਨਾ ਪੇਸ਼ੈਂਟ ਸੀ ਉਹਨਾਂ ਨੂੰ ਰੱਖਿਆ ਗਿਆ ਸੀ। ਪੀਪੀਟੀ ਕਿੱਟਾਂ ਰੱਖੀਆਂ ਗਈਆਂ ਸੀ ਕਿਉਂਕਿ ਉਹ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਕਿ ਕਿੱਟ ਪਾਈ ਹੋਈ ਵੀ ਜਿਹੜੀ ਉਹ ਨਜ਼ਰ ਆ ਰਹੀ ਹੈ ਉੱਥੇ। ਤੇ ਕਿੱਟ ਪਾਉਣ ਤੇ ਜਿਹੜੇ ਕਰੋਨਾ ਪੇਸ਼ੈਂਟ ਨੂੰ ਜਿਹੜਾ ਆਪਰੇਟ ਕੀਤਾ ਜਾ ਰਿਹਾ ਸੀਗਾ ਪੀਪੀਟੀ ਕਿੱਟਾਂ ਦੇ ਸਹਿਤ ਤੇ ਪੂਰੀ ਤਰ੍ਹਾਂ ਜਿਹੜਾ ਹੁਣ ਇਹ ਜ਼ਿੰਮੇਵਾਰੀਆਂ ਨਿਬੜ ਚੁੱਕੀਆਂ ਨੇ। ਸੋ ਇਸ ਦੇ ਨਾਲ ਦਿਖਾਉਣਾ ਚਾਹੁੰਦੇ ਕਿ ਮੇਰੇ ਮਗਰ ਜੇ ਤੁਸੀਂ ਕੈਮਰੇ ਦੀ ਅੱਖ ਨਾਲ ਦੇਖੋ ਕਿ ਗੇਟ ਤੱਕ ਜਿਹੜੇ ਨੇ
ਉਹ ਗੇਟ ਵੀ ਜਿਹੜੇ ਉਹ ਬੰਦ ਹੋ ਚੁੱਕੇ ਨੇ, ਜਿਨ੍ਹਾਂ ਨੂੰ ਲੌਕ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਦਰਵਾਜ਼ਾ ਇਹ ਬੰਦ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੋਲਿੰਗ ਸਟੇਸ਼ਨ ਨੂੰ ਕਲੋਜ਼ ਕਰ ਦਿੱਤਾ ਗਿਆ ਹੈ। ਇਲੈਕਸ਼ਨ ਕਮਿਸ਼ਨਰ ਦੇ ਹਦਾਇਤਾਂ ਦੇ ਮੁਤਾਬਕ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਸੀਗਾ। ਸੋ ਜਿਹੜਾ ਵੀ ਵਿਅਕਤੀ ਇਸ ਗੇਟ ਦੇ ਅੰਦਰ 6 ਵਜੇ ਤੱਕ ਆ ਗਿਆ ਉਸ ਦੀ ਜਿਹੜੀ ਵੋਟ ਉਹ ਪੈ ਚੁੱਕੀ ਹੈ, ਪਰ ਜਿਹੜਾ 6 ਵਜੇ ਤੋਂ ਬਾਅਦ 1 ਮਿੰਟ ਵੀ ਉੱਪਰ ਆਇਆ ਉਸ ਨੂੰ ਜਿਹੜਾ ਰੋਕ ਦਿੱਤਾ ਗਿਆ ਹੈ ਕਿਉਂਕਿ ਸਮਾਂ 6 ਵਜੇ ਤੱਕ ਰੱਖਿਆ ਗਿਆ ਸੀ, ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਇਹ ਮਸ਼ੀਨਾਂ ਨੇ ਹੁਣ ਇਹ ਸੁਰੱਖਿਅਤ ਥਾਵਾਂ ਤੇ ਵੀ ਪਹੁੰਚਾਉਣੀਆਂ ਨੇ। ਸੋ ਇਹ ਇੱਕ ਵਾਰੀ ਫੇਰ ਜਿਹੜਾ ਤੁਹਾਨੂੰ ਦਿਖਾਈਏ ਕਿ ਬਿਲਕੁਲ ਜਿਹੜੀ ਸਮਾਪਤੀ ਉਹ ਹੋ ਚੁੱਕੀ ਹੈ। ਸਮਾਪਤੀ ਹੋਣ ਤੋਂ ਬਾਅਦ ਜਿਹੜੀ ਹੈ ਹੁਣ ਪੋਲਿੰਗ ਸਟੇਸ਼ਨ ਉਹ ਖਾਲੀ ਹੋ ਚੁੱਕੇ ਨੇ, ਜਿੱਥੇ ਸਵੇਰੇ ਬੜੀ ਗਹਿਮਾ ਗਹਿਮੀ ਸੀ, ਬੜੀ ਭੀੜ ਸੀ, ਪਰ ਹੁਣ ਜਿਹੜੇ ਪੋਲਿੰਗ ਸਟੇਸ਼ਨ ਪੂਰੀ ਤਰ੍ਹਾਂ ਖਾਲੀ ਜਿਹੜੇ ਹੋ ਚੁੱਕੇ ਨੇ, ਜਾਣੀ ਕਿ ਇਲੈਕਸ਼ਨ ਸਮਾਪਤ ਹੋ ਚੁੱਕੇ ਨੇ। 10 ਮਾਰਚ ਦਾ ਦਿਨ ਹੈ, 10 ਮਾਰਚ ਨੂੰ ਜਾ ਕੇ ਪਤਾ ਲੱਗੇਗਾ ਕਿ ਕੌਣ ਕੈਂਡੀਡੇਟ ਹੈ, ਕਿਹੜੀ ਜਗ੍ਹਾ ਤੋਂ ਜਿੱਤਦਾ ਤੇ ਕੌਣ ਕਿਹੜੀ ਜਗ੍ਹਾ ਤੋਂ ਹਾਰਦਾ ਤੇ ਕਿਹਦੀ ਸਰਕਾਰ ਬਣਦੀ ਹੈ। ਸੋ ਪੋਲਿੰਗ ਸਟੇਸ਼ਨ ਇਸ ਤਰੀਕੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਹੁਣ ਕਲੋਜ਼ ਹੋ ਚੁੱਕੇ ਹਨ। ਸੋ ਪੋਲਿੰਗ ਸਟੇਸ਼ਨ ਬਾਹਰੋਂ ਖਾਲੀ ਨੇ, ਅੰਦਰੋਂ ਵੀ ਤੁਹਾਨੂੰ ਕੁਝ ਦਿਖਾ ਦਿੰਨੇ ਆ ਕਿ ਅੰਦਰੋਂ ਵੀ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਨੇ। ਕੇਵਲ ਤੇ ਕੇਵਲ ਫਾਰਮੈਲਿਟੀਜ਼ ਕੀਤੀਆਂ ਜਾ ਰਹੀਆਂ, ਬਾਕੀ ਫਾਰਮੈਲਿਟੀਜ਼ ਨੇ। ਮਸ਼ੀਨਾਂ ਨੂੰ ਜਿਹੜਾ ਸੀਲ ਕੀਤਾ ਜਾ ਰਿਹਾ ਪੂਰੀ ਤਰ੍ਹਾਂ। ਇਹ ਜਿਹੜਾ ਅੰਦਰੋਂ ਪੋਲਿੰਗ ਸਟੇਸ਼ਨ ਹੈ ਪੂਰਾ ਖਾਲੀ ਹੋ ਚੁੱਕਿਆ। ਜਿੱਥੇ ਸਵੇਰੇ ਗਹਿਮੋ ਗਹਿਮੀ ਸੀ, ਹਰ ਕੋਈ ਜਿਹੜਾ ਵੋਟਾਂ ਪਾ ਰਿਹਾ ਸੀ, ਇੱਥੇ ਜਿਹੜੇ ਚੁਣੇ ਹੋਏ ਕੁਝ ਨੁਮਾਇੰਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਕਾਰਕੁਨ ਬੈਠੇ ਸੀ ਤੇ ਉੱਥੇ ਜਿਹੜੇ ਉਹਨਾਂ ਦੀ VOTING ਦੀ ਡਿਟੇਲਿੰਗ ਲੈਣ ਨੂੰ ਕੁਝ ਜਿਹੜੇ ਬੈਠਣ ਵਾਲੀ ਜਗ੍ਹਾ ਬਣਾਈ ਸੀ, ਪ੍ਰੋਜੈਕਟਿੰਗ ਅਫਸਰ ਬੈਠੇ ਸੀ ਤੇ ਮਸ਼ੀਨਾਂ ਜਿਹੜੀਆਂ ਉਹ ਸੀਲ ਕੀਤੀਆਂ ਜਾ ਰਹੀਆਂ ਨੇ ਹੁਣ ਪੂਰੀ ਤਰ੍ਹਾਂ। ਸੋ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਮਸ਼ੀਨਾਂ ਨੂੰ ਸੀਲ ਕਰਨ ਦਾ ਕੰਮ ਚੱਲ ਰਿਹਾ ਹੈ। ਸੋ ਇਹ ਹਾਜ਼ਰੀ ਦੇ ਵਿੱਚ ਮਸ਼ੀਨਾਂ ਸੀਲ ਕੀਤੀਆਂ ਜਾਂਦੀਆਂ, ਪੁਸ਼ਟੀ ਕਰਵਾਈ ਜਾਂਦੀ ਆ ਹਰ ਇੱਕ ਜਿਹੜਾ ਕੈਂਡੀਡੇਟ ਹੈ, ਹਰ ਇੱਕ ਜਿਹੜਾ ਕੈਂਡੀਡੇਟ ਦਾ ਕੋਈ ਨੁਮਾਇੰਦਾ ਉਹਦੇ ਸਾਹਮਣੇ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ, ਉਹਦੀ ਤਸੱਲੀ ਤੋਂ ਬਾਅਦ ਕਿ ਸਭ ਕੁਝ ਜਿਹੜਾ ਉਹ ਸਹੀ ਰਿਹਾ ਹੈ। ਸੋ ਜਿਹੜੇ ਆਫੀਸਰਸ ਇੱਥੇ ਡਿਊਟੀ ਤੇ ਮੌਜੂਦ ਨੇ, ਪੰਜਾਬ ਦੇ ਹਰ ਇੱਕ ਏਰੀਆ ਦੇ ਵਿੱਚ, ਹਰ ਇੱਕ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਕਿ ਮਸ਼ੀਨਾਂ ਨੂੰ ਵੋਟਾਂ ਤੋਂ ਬਾਅਦ ਸੀਲ ਕਰਕੇ ਫਿਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਂਦਾ ਸਿਕਿਉਰਿਟੀ ਦੇ ਵਿੱਚ। ਸੋ ਸਾਰੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਹੁੰਦੇ ਨੇ, ਪਾਰਟੀਆਂ ਨੁਮਾਇੰਦਿਆਂ ਦੇ ਕਾਰਕੁਨ ਉਹ ਇਕੱਠੇ ਹੁੰਦੇ ਨੇ, ਉਹ ਇਹ ਗੱਲ ਦੀ ਪੁਸ਼ਟੀ ਕਰਦੇ ਆ, ਵੈਰੀਫਾਈ ਕਰਦੇ ਨੇ, ਉਹਨਾਂ ਨੂੰ ਇੱਕ ਜਿਹੜਾ ਆ ਸਾਈਨ ਕਰਾ ਕੇ ਇੱਕ ਫਾਰਮ ਵੀ ਦਿੱਤਾ ਜਾਂਦਾ ਹੈ। ਉਸ ਫਾਰਮ ਦੇ ਵਿੱਚ ਉਹਨਾਂ ਦੀ ਜਿਹੜੀ ਤਸੱਲੀ ਕਰਵਾਈ ਜਾਂਦੀ ਹੈ ਕਿ ਪੂਰੀ ਤਰ੍ਹਾਂ ਜਿਹੜੀਆਂ ਇਹ ਮਸ਼ੀਨਾਂ ਉਹ ਹੁਣ ਸੀਲ ਕੀਤੀਆਂ ਗਈਆਂ, ਸਹੀ ਤਰੀਕੇ ਨਾਲ ਜਿਹੜੀ ਉਹ VOTING ਹੋਈ ਹੈ। ਸੋ ਇਸ ਤਰੀਕੇ ਨਾਲ ਜਿਹੜੀ ਇਹ VOTING ਕਰਵਾਉਣ ਤੋਂ ਬਾਅਦ ਮਸ਼ੀਨਾਂ ਨੂੰ ਸੀਲ ਕਰਕੇ ਫਿਰ ਸੁਰੱਖਿਅਤ ਥਾਵਾਂ ਤੇ ਜਿਹੜਾ ਉਹ ਭੇਜ ਦਿੱਤਾ ਜਾਂਦਾ, ਜਿਸ ਤਰੀਕੇ ਨਾਲ ਤੁਸੀਂ ਇਹ ਮਸ਼ੀਨਾਂ ਨੂੰ ਸੀਲ ਹੁੰਦੇ ਦੇਖ ਰਹੇ ਹੋ। ਸੋ ਅੱਜ ਅਸੀਂ ਟੀਵੀ ਪੰਜਾਬ ਦੇ ਉੱਤੇ ਗੱਲ ਕੀਤੀ ਹੈ ਮਾਲਵਾ ਖੇਤਰ ਦੀ ਕਿ ਮਾਲਵਾ ਖੇਤਰ ਕਿਸ ਤਰੀਕੇ ਨਾਲ ਰਿਹਾ। ਬੂਥ ਤਕਰੀਬਨ ਸਾਰੇ ਜਿਹੜੇ ਖਾਲੀ ਹੋ ਚੁੱਕੇ ਨੇ, ਜਿਹੜਾ VOTING ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸਮਾਪਤ ਹੋ ਚੁੱਕੀ ਹੈ। ਕਿੰਨੇ % ਵੋਟ ਰਹੀ ਹੈ ਉਹ ਹਜੇ ਆਉਣੀ ਬਾਕੀ ਹੈ, ਕਿਉਂਕਿ ਜਿਹੜੀ ਇਹ ਗਿਣਤੀ ਹੈ ਉਹ ਲਗਾਤਾਰ ਜਾਰੀ ਰਹੇਗੀ, ਪੂਰੇ ਪੰਜਾਬ 'ਚ ਇਕੱਠੇ ਹੋਵੇ। ਕੇਵਲ ਮਾਲਵਾ ਖੇਤਰ ਦੀ ਗੱਲ ਕਰਦੇ ਹਾਂ ਤਾਂ 3 ਵਜੇ ਤੱਕ ਦਾ ਜਿਹੜਾ 50% ਦੇ ਤੱਕ ਜਿਹੜੀ VOTING ਹੋਈ ਸੀ, ਤਾਂ 72% ਕੇਵਲ ਮਾਲਵਾ ਖੇਤਰ 'ਚ ਜਿਹੜੀ ਆ ਉਹ ਵੋਟ ਰਹਿ ਸਕਦੀ ਆ, ਵੋਟ % ਰਹਿ ਸਕਦਾ ਆ, ਕਿਉਂਕਿ ਸਵੇਰ ਸਮੇਂ ਥੋੜੀ ਘੱਟ ਗਿਣਤੀ ਰਹੀ ਆ, ਫਿਰ ਹੌਲੀ ਹੌਲੀ ਜਿਹੜੀ ਵਧਣੀ ਸ਼ੁਰੂ ਹੋਈ ਸੀ। ਹਾਲਾਂਕਿ ਉਮੀਦ 100% ਜਿਹੜੀ ਗਿਣਤੀ ਦੀ ਕੀਤੀ ਜਾ ਰਹੀ ਸੀ, ਪਰ ਜਿਹੜੀ ਆ 72% ਰਹਿਣ ਵਾਲੀ ਆ। ਫਾਈਨਲ ਡਿਟੇਲ ਹਜੇ ਆਉਣੀ ਬਾਕੀ ਹੈ, ਪਰ ਲਗਾਤਾਰ ਜਿਹੜੀਆਂ ਉਹ ਵੋਟਾਂ ਦੀ ਸਮਾਪਤੀ ਤੋਂ ਬਾਅਦ ਜਿਹੜਾ ਹੁਣ ਤੱਕ ਜਿਹੜੀਆਂ ਮਸ਼ੀਨਾਂ ਨੇ ਉਹ ਜਮ੍ਹਾਂ ਹੋ ਚੁੱਕੀਆਂ ਨੇ। ਸੋ ਜਿਹੜੀ ਜਗ੍ਹਾ ਇਲੈਕਸ਼ਨ ਹੋ ਰਹੇ ਸੀ ਉਹ ਆਲਮੋਸਟ ਉੱਥੋਂ ਹਰ ਬੂਥ ਨੂੰ ਚੱਕ ਲਿੱਤਾ ਗਿਆ ਹੈ, ਸਮਾਪਤੀ ਹੋ ਚੁੱਕੀ ਹੈ। ਸੋ ਪੰਜਾਬ ਦਿਨ ਭਰ ਦਾ ਜੋ ਹਾਲ ਰਿਹਾ ਹੈ, ਤੁਸੀਂ ਟੀਵੀ ਪੰਜਾਬ ਦੇ ਉੱਤੇ ਪਲ ਪਲ ਦੀ ਰਿਪੋਰਟ ਦੇਖਦੇ ਰਹੇ ਹੋ। ਜਿਹੜੀ ਗੱਲਬਾਤ ਅਸੀਂ ਮਾਲਵਾ ਖੇਤਰ ਦੀ ਕੀਤੀ ਹੈ ਉਹ ਵੀ ਤੁਸੀਂ ਜਾਣੀ ਹੈ ਕਿ ਮਾਲਵਾ ਖੇਤਰ ਦਾ ਕਿਸ ਤਰੀਕੇ ਦਾ ਨਤੀਜਾ ਰਿਹਾ। ਆਉਣ ਵਾਲੀ 10 ਮਾਰਚ ਦੱਸੇਗੀ ਕਿ 10 ਮਾਰਚ ਨੂੰ ਰਿਜ਼ਲਟ ਕਿਹੋ ਜਿਹੇ ਰਹਿੰਦੇ ਨੇ, ਕਿਸ ਦੀ ਸਰਕਾਰ ਆਉਂਦੀ ਹੈ, ਮਿਲੀ ਜੁਲੀ ਸਰਕਾਰ ਰਹੇਗੀ ਜਾਂ ਕੇਵਲ ਇੱਕ ਪਾਰਟੀ ਸਰਕਾਰ ਬਣਾ ਸਕਦੀ ਹੈ। ਹੁਣ ਤੱਕ ਦੀ ਜੋ ਰਿਪੋਰਟ ਰਹੀ ਹੈ ਉਸ ਦੇ ਮੁਤਾਬਿਕ ਤਾਂ ਕੋਈ ਵੀ ਇੱਕ ਪਾਰਟੀ ਕਿਤੇ ਵੀ ਜਿੱਤਦੀ ਨਜ਼ਰ ਨਹੀਂ ਆ ਰਹੀ ਸੀ। ਦਰਸ਼ਕ ਨੂੰ ਦੇ ਇਜਾਜ਼ਤ, ਧੰਨਵਾਦ। ਜੀ ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।